प्यारे विद्यार्थियों, मैं तुहाडा दिलदार सिंह SS मास्टर गवर्नमेंट हाई स्कूल लखन कलां। तुहाडा स्वागत है यूट्यूब चैनल प्राइम पंजाबी दे विच। अज असी अपना पहला लैसन जिहड़ा है वो पढ़ांगे ते नवें नोटिफिकेशनां ते नवें होमवर्क वास्ते तुसी इस चैनल नूं सबसक्राइब भी कर सकते हो। आओ कि कोविड की इस महामारी विच तुसी घर रहिंदे होए किवें ज़्यादा वधिया। तो आओ अज असी पहला लैसन जिहड़ा वो पढ़ांगे। मैनूं आस है कि तुसी इस लैसन नूं बड़े ध्यान दे नाल सुणोगे ते इस प्रश्न दे इस पाठ के अंत विच जिहड़े प्रश्न दिते गए ने उन्हां दा आंसर अपनी कापी ते नोटबुक ते नोट करके उन्हां नूं हल करके जिहड़ा वो तुसी जिहड़ा अपना ग्रुप है उहदे विच शेयर करोगे। आओ पहला लैसन साधन किस्मां अते साम संभाल। मनुख की उत्पत्ति के नाल ही उस दियां लोड़ां दा आरंभ होया। शुरू विच उस दियां लोड़ां बहुत घੱਟ जां सीमित ही सन, जिवें कि खाण पीण आराम आदि, परंतु मनुख के विकास के नाल नाल ही उस दियां लोड़ां दा विकास होया। ਜਿਉਂ-ਜਿਉਂ ਮਨੁੱਖ ਦੀਆਂ ਲੋੜਾਂ ਵਧੀਆਂ ਤਿਉਂ-ਤਿਉਂ ਉਸਨੇ ਉਹਨਾਂ ਦੀ ਪੂਰਤੀ ਲਈ ਆਪਣੇ ਆਲੇ ਦੁਆਲੇ ਵੱਲ ਝਾਕਣਾ ਸ਼ੁਰੂ ਕੀਤਾ। ਉਸਨੇ ਕੁਦਰਤੀ ਵਸਤਾਂ ਜਿਵੇਂ ਕਿ ਮਿੱਟੀ, ਦਰਖਤ, ਪਾਣੀ, ਪੱਥਰ ਆਦਿ ਨੂੰ ਵਰਤੋਂ ਵਿੱਚ ਲਿਆਉਣਾ ਸ਼ੁਰੂ ਕੀਤਾ। ਮਨੁੱਖ ਦੀ ਲੋੜਾਂ ਵਧਦੀਆਂ ਹੋਈਆਂ ਅੱਜ ਦੇ ਸਮੇਂ ਵਿੱਚ ਇੰਨੀਆਂ ਅਸੀਮਤ ਹੋ ਗਈਆਂ ਹਨ ਕਿ ਉਹਨਾਂ ਬਹੁਤ ਸਾਰੇ ਵਸੀਲਿਆਂ ਉੱਤੇ ਨਿਰਭਰ ਹੋਣਾ ਪੈ ਰਿਹਾ ਹੈ। ਮਨੁੱਖ ਆਪਣੇ ਆਲੇ ਦੁਆਲੇ ਦੀਆਂ ਪਰਿਸਥਿਤੀਆਂ ਤੋਂ ਆਪਣੀਆਂ ਲੋੜਾਂ ਪੂਰੀਆਂ ਕਰਨ ਦਾ ਯਤਨ ਕਰਦਾ ਹੈ। ਇਹਨਾਂ ਪਰਿਸਥਿਤੀਆਂ ਨੂੰ ਅਸੀਂ ਸਾਧਨ ਜਾਂ ਸੋਮਿਆਂ ਦਾ ਨਾਂ ਦਿੰਦੇ ਹਾਂ। ਇਸ ਲਈ ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਸਾਧਨ ਅਖਵਾਉਂਦੇ ਹਨ। ਇਹਨਾਂ ਸਾਧਨ ਮਨੁੱਖ ਦੇ ਕਿਸੇ ਨਿਸ਼ਚਿਤ ਉਦੇਸ਼ ਦੀ ਪੂਰਤੀ ਕਰਦੇ ਹਨ। ਦੂਸਰੇ ਸ਼ਬਦਾਂ ਵਿੱਚ ਸਾਧਨ ਉਹ ਕੁਦਰਤੀ ਤੋਹਫੇ ਹਨ ਜੋ ਮਨੁੱਖ ਲਈ ਕਿਸੇ ਨਾ ਕਿਸੇ ਰੂਪ ਵਿੱਚ ਮਹੱਤਵ ਰੱਖਦੇ ਹਨ। ਸਾਧਨ ਕੁਦਰਤੀ ਅਤੇ ਗੈਰ ਕੁਦਰਤੀ ਦੋਵਾਂ ਤਰ੍ਹਾਂ ਦੇ ਹੋ ਸਕਦੇ ਹਨ। ਕੁਦਰਤੀ ਸਾਧਨ ਕੁਦਰਤ ਦੁਆਰਾ ਮਨੁੱਖ ਨੂੰ ਪ੍ਰਦਾਨ ਕੀਤੇ ਗਏ ਹਨ, ਜਿਵੇਂ ਜੰਗਲ, ਦਰਿਆ, ਖਣਿਜ ਪਦਾਰਥ, ਸੂਰਜੀ ਸ਼ਕਤੀ, ਸਮੁੰਦਰ ਆਦਿ। ਗੈਰ ਕੁਦਰਤੀ ਜਾਂ ਮਨੁੱਖ ਦੁਆਰਾ ਪੈਦਾ ਕੀਤੇ ਗਏ ਸਾਧਨ ਮਸ਼ੀਨਰੀ, ਆਵਾਜਾਈ ਢਾਂਚਾ, ਬਣਾਵਟੀ ਖਾਦਾਂ, ਮਨੁੱਖੀ ਸਾਧਨ ਆਦਿ ਪ੍ਰਮੁੱਖ ਹਨ। ਇਹਨਾਂ ਸਾਧਨ ਭੌਤਿਕ ਜਾਂ ਅਭੌਤਿਕ ਵੀ ਹੋ ਸਕਦੇ ਹਨ। ਮਨੁੱਖੀ ਬੁੱਧੀ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ ਨੂੰ ਮਨੁੱਖੀ ਸਾਧਨ ਹਿਊਮਨ ਰਿਸੋਰਸਿਸ ਕਿਹਾ ਜਾਂਦਾ ਹੈ। ਸਾਧਨ ਇੱਕ ਹੋਈ ਧਾਰਨਾ ਹੈ ਜਿਹੜੀ ਕਿ ਗਿਆਨ ਅਤੇ ਤਕਨੀਕੀ ਵਿਕਾਸ ਦੇ ਅਨੁਸਾਰ ਵੱਧਦੀ, ਐਕਸਪੈਂਡ ਜਾਂ ਸੁੰਗੜਦੀ ਕੰਟਰੈਕਟ ਹੁੰਦੀ ਹੈ। ਜਿਵੇਂ ਕੋਲਾ ਅਤੇ ਤੇਲ ਪੁਰਾਣੇ ਮਨੁੱਖ ਲਈ ਅਤੇ ਜਹਾਜ਼ਾਂ ਦੀ ਖੋਜ ਤੋਂ ਪਹਿਲਾਂ ਐਲੂਮੀਨੀਅਮ ਆਧੁਨਿਕ ਆਦਮੀ ਲਈ ਕੋਈ ਜ਼ਿਆਦਾ ਮਤਲਬ ਦੀ ਚੀਜ਼ ਨਹੀਂ ਸੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਧਨਾਂ ਦੀ ਸਹੀ ਵਰਤੋਂ ਹੀ ਇਹਨਾਂ ਦਾ ਸਹੀ ਵਿਕਾਸ ਹੈ। ਸਾਰੇ ਸਾਧਨਾਂ ਦਾ ਮਨੁੱਖੀ ਸਾਧਨ ਦੇ ਵਿਕਾਸ 'ਤੇ ਹੀ ਨਿਰਭਰ ਕਰਦਾ ਹੈ। ਸਾਧਨ ਦੀਆਂ ਕਿਸਮਾਂ। ਕੁਦਰਤੀ ਅਤੇ ਗੈਰ ਕੁਦਰਤੀ ਸਾਧਨਾਂ ਦੀਆਂ ਕਈ ਕਿਸਮਾਂ ਹਨ। ਇਹਨਾਂ ਸਾਧਨਾਂ ਨੂੰ ਜੀਵਨ, ਹੋਂਦ, ਨਿਰੰਤਰ ਉਪਲਬਧੀ, ਵਿਕਾਸ ਪੱਧਰ ਅਤੇ ਵਰਤੋਂ ਦੇ ਆਧਾਰ 'ਤੇ ਅੱਗੇ ਲਿਖੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਨੰਬਰ 1 ਜੀਵ ਅਤੇ ਨਿਰਜੀਵ ਸਾਧਨ। ਨੰਬਰ 2 ਵਿਕਸਤ ਅਤੇ ਸੰਭਾਵਿਤ ਸਾਧਨ। ਨੰਬਰ 3 ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ। ਨੰਬਰ 4 ਮਿੱਟੀ ਅਤੇ ਭੂਮੀ ਸਾਧਨ। ਨੰਬਰ 5 ਸਮੁੰਦਰੀ ਅਤੇ ਖਣਿਜ ਸਾਧਨ। ਨੰਬਰ 6 ਮਨੁੱਖੀ ਸਾਧਨ। ਹੁਣ ਅਸੀਂ ਇਹਨਾਂ ਦੀ ਇਕੱਲੇ ਦੀ ਵਿਆਖਿਆ ਜਿਹੜੀ ਆ ਉਹ ਕਰਾਂਗੇ। ਨੰਬਰ 1 ਜੀਵ ਅਤੇ ਨਿਰਜੀਵ ਸਾਧਨ। ਜੀਵ ਸਾਧਨ ਉਹ ਮੁੱਢਲੇ ਸਾਧਨ ਹਨ ਜਿਨ੍ਹਾਂ ਦੇ ਜਾਨਦਾਰ ਵਸਤਾਂ ਤੋਂ ਉਤਪੰਨ ਹੁੰਦੇ ਹਨ। ਸੰਸਾਰ ਵਿੱਚ ਲਗਭਗ 85% ਭੋਜਨ ਪਦਾਰਥ ਇਹਨਾਂ ਵਸਤਾਂ 'ਤੇ ਹੀ ਨਿਰਭਰ ਹਨ। ਜਿਵੇਂ ਜੀਵ ਜੰਤੂ ਅਤੇ ਪੌਦੇ ਜੀਵਨ ਸਾਧਨ ਅਖਵਾਉਂਦੇ ਹਨ। ਇਹ ਸਾਧਨ ਸਾਡੇ ਉਦਯੋਗਾਂ ਵਾਸਤੇ ਕੱਚਾ ਮਾਲ ਪ੍ਰਦਾਨ ਕਰਦੇ ਹਨ। ਕੋਲਾ ਅਤੇ ਤੇਲ ਪਦਾਰਥਾਂ ਦੀ ਜੀਵਨ ਸਾਧਨਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤੇ ਜਾਂਦੇ ਹਨ ਕਿਉਂਕਿ ਇਹ ਪੌਦਿਆਂ ਅਤੇ ਜੀਵਾਂ ਤੋਂ ਪੈਦਾ ਹੋਏ ਹਨ। ਕੁਦਰਤ ਤੋਂ ਮਿਲਣ ਵਾਲੀਆਂ ਨਿਰਜੀਵ
ਵਸਤੂਆਂ ਜਿਵੇਂ ਖਣਿਜ ਪਦਾਰਥ, ਸੂਰਜ, ਪਾਣੀ ਅਤੇ ਨਿਰਜੀਵ ਸਾਧਨ ਅਖਵਾਉਂਦੇ ਹਨ। ਖਣਿਜ ਪਦਾਰਥ ਸਾਡੇ ਉਦਯੋਗ ਦਾ ਆਧਾਰ ਹਨ। ਜੇ ਇਹਨਾਂ ਸਾਧਨਾਂ ਦੀ ਵਰਤੋਂ ਧਿਆਨਪੂਰਵਕ ਨਾ ਕੀਤੀ ਜਾਵੇ ਤਾਂ ਇਹ ਜਲਦੀ ਹੀ ਖਤਮ ਹੋ ਸਕਦੇ ਹਨ। ਨੰਬਰ 2, ਵਿਕਸਤ ਅਤੇ ਸੰਭਾਵਿਤ ਸਾਧਨ, ਡਿਵੈਲਪਡ ਐਂਡ ਪੋਟੈਂਸ਼ੀਅਲ ਰਿਸੋਰਸਿਸ। ਕੋਈ ਦੇਸ਼ ਕਿੰਨਾ ਕੁ ਅਮੀਰ ਹੈ, ਆਮ ਤੌਰ 'ਤੇ ਉਸ ਦੇਸ਼ ਵਿੱਚ ਸਾਧਨਾਂ ਦੀ ਮੌਜੂਦਗੀ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ। ਇਹ ਸਾਧਨ ਧਰਤੀ ਦੇ ਹੇਠਾਂ ਜਾਂ ਉੱਪਰ ਮੌਜੂਦ ਹੋ ਸਕਦੇ ਹਨ, ਜਿਵੇਂ ਸੋਨਾ, ਚਾਂਦੀ, ਕੋਲਾ, ਪੈਟਰੋਲੀਅਮ ਧਰਤੀ ਦੇ ਅੰਦਰ ਪਾਏ ਜਾਂਦੇ ਹਨ, ਜਦਕਿ ਜੰਗਲ, ਪਾਣੀ ਅਤੇ ਸੂਰਜ ਸ਼ਕਤੀ ਧਰਤੀ 'ਤੇ ਉੱਪਰ ਮੌਜੂਦ ਹਨ। ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਵਾਸਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਵਿਕਸਤ ਡਿਵੈਲਪਡ ਸਾਧਨ ਕਿਹਾ ਜਾਂਦਾ ਹੈ। ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਕੋਈ ਵਰਤੋਂ ਨਹੀਂ ਹੁੰਦੀ, ਉਹਨਾਂ ਨੂੰ ਸੰਭਾਵਿਤ ਪੋਟੈਂਸ਼ੀਅਲ ਸਾਧਨ ਕਹਿੰਦੇ ਹਨ। ਪਹਾੜਾਂ ਤੋਂ ਉਤਰਦੀਆਂ ਨਦੀਆਂ ਬਿਜਲੀ ਪੈਦਾ ਕਰਨ ਵਾਸਤੇ ਇੱਕ ਸੰਭਾਵਿਤ ਸਾਧਨ ਹਨ। ਜਦੋਂ ਨਦੀਆਂ ਦੇ ਇਸ ਪਾਣੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਤਾਂ ਇਹ ਪਾਣੀ ਵਿਕਸਤ ਸਾਧਨ ਅਖਵਾਉਂਦਾ ਹੈ। ਧਰਤੀ ਦੇ ਹੇਠਾਂ ਦੱਬਿਆ ਹੋਇਆ ਕੋਲਾ ਇੱਕ ਸੰਭਾਵਿਤ ਸਾਧਨ ਹੈ। ਜਦੋਂ ਵਰਤਿਆ ਜਾ ਰਿਹਾ ਕੋਲਾ ਇੱਕ ਵਿਕਸਤ ਸਾਧਨ ਅਖਵਾਉਂਦਾ ਹੈ। ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ। ਮੁੱਕਣਯੋਗ ਸਾਧਨ ਜਿਹੜੇ ਖਤਮ ਹੋ ਸਕਦੇ ਨੇ ਉਹ ਸਾਧਨ ਹਨ ਜਿਨ੍ਹਾਂ ਦੀ ਲਗਾਤਾਰ ਅਤੇ ਜ਼ਿਆਦਾ ਵਰਤੋਂ ਉਹਨਾਂ ਨੂੰ ਜਲਦੀ ਖਤਮ ਕਰ ਦਿੰਦੀ ਹੈ, ਜਿਵੇਂ ਕਿ ਧਰਤੀ ਹੇਠਲੇ ਪੈਟਰੋਲੀਅਮ ਪਦਾਰਥਾਂ ਨੂੰ ਬਹੁਤ ਤੇਜ਼ੀ ਨਾਲ ਵਰਤਿਆ ਜਾ ਰਿਹਾ ਹੈ। ਇੱਕ ਸਮਾਂ ਅਜਿਹਾ ਆਵੇਗਾ ਜਦੋਂ ਸਾਡੇ ਕੋਲ ਇਹਨਾਂ ਪਦਾਰਥਾਂ ਦੀ ਕਮੀ ਜਾਂ ਅਣਹੋਂਦ ਹੋ ਜਾਵੇਗੀ ਅਤੇ ਇਸ ਲਈ ਇਹਨਾਂ ਮੁੱਕਣਯੋਗ ਸਾਧਨਾਂ ਦੀ ਵਰਤੋਂ ਸਾਨੂੰ ਬਹੁਤ ਹੀ ਸਮਝਦਾਰੀ ਅਤੇ ਸੰਕੋਚ ਨਾਲ ਕਰਨੀ ਚਾਹੀਦੀ ਹੈ। ਨਾ ਮੁੱਕਣਯੋਗ ਸਾਧਨ ਉਹ ਸਾਧਨ ਹਨ ਜਿਨ੍ਹਾਂ ਦੀ ਵਰਤੋਂ ਦੇ ਨਾਲ ਉਹ ਨਵਿਆਏ ਜਾ ਸਕਦੇ ਹਨ, ਜਿਵੇਂ ਕਿ ਅਸੀਂ ਸੂਰਜ ਦੀ ਰੋਸ਼ਨੀ, ਹਵਾ, ਪਾਣੀ ਜਾਂ ਜੰਗਲਾਂ ਦੀ ਵਰਤੋਂ ਕਰ ਰਹੇ ਹਾਂ, ਪਰੰਤੂ ਇਹ ਖਤਮ ਨਹੀਂ ਹੁੰਦੇ, ਇਹ ਹੋਰ ਪੈਦਾ ਹੋ ਰਹੇ ਹਨ ਜਾਂ ਪੈਦਾ ਕੀਤੇ ਜਾ ਸਕਦੇ ਹਨ। ਇਹ ਸਾਧਨ ਲਗਾਤਾਰ ਜਾਂ ਨਿਰੰਤਰ ਉਪਲਬਧ ਹੋ ਰਹੇ ਹਨ। ਮਿੱਟੀ ਅਤੇ ਭੂਮੀ ਸਾਧਨ। ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਜਿਹੀ ਪਰਤ ਹੈ ਜਿਹੜੀ ਮੂਲ ਚਟਾਨ ਦੇ ਟੁੱਟਣ ਭੱਜਣ, ਜਲਵਾਯੂ, ਜੀਵਾਂ ਅਤੇ ਰੁੱਖਾਂ ਬੂਟਿਆਂ ਦੇ ਗਲਣ ਸਣ ਆਦਿ ਤੱਤਾਂ ਦੇ ਅਸਰ ਕਾਰਨ ਬਣਦੀ ਹੈ। ਮਿੱਟੀ ਮਨੁੱਖ ਵਾਸਤੇ ਇੱਕ ਬਹੁਤ ਹੀ ਮਹੱਤਵਪੂਰਨ ਸਾਧਨ ਮੰਨਿਆ ਜਾਂਦਾ ਹੈ। ਇਹਨਾਂ ਪੌਦਿਆਂ ਅਤੇ ਫਸਲਾਂ ਦੇ ਉੱਗਣ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਪੌਦੇ ਅਤੇ ਫਸਲਾਂ ਮਨੁੱਖ ਦੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਬਨਸਪਤੀ ਤੋਂ ਬਿਨਾਂ ਮਨੁੱਖ ਦਾ ਜੀਵਨ ਲਗਭਗ ਅਸੰਭਵ ਹੈ। ਮਿੱਟੀ ਦੀਆਂ ਕਿਸਮਾਂ ਹਨ, ਜਿਵੇਂ ਰੇਤਲੀ ਮਿੱਟੀ, ਚੀਕਨੀ ਮਿੱਟੀ, ਦੋਮਟ ਮਿੱਟੀ, ਜਲੌੜ ਮਿੱਟੀ, ਪਰਬਤੀ ਮਿੱਟੀ, ਲਾਲ ਮਿੱਟੀ, ਕਾਲੀ ਮਿੱਟੀ ਆਦਿ। ਫਸਲਾਂ ਉਗਾਉਣ ਵਾਸਤੇ ਮਨੁੱਖ ਉਪਜਾਊ ਮਿੱਟੀ ਨੂੰ ਤਰਜੀਹ ਦਿੰਦਾ ਹੈ। ਉਪਜਾਊ ਮਿੱਟੀ ਫਰਟਾਈਲ ਸੋਇਲ ਵਾਸਤੇ ਇਲਾਕੇ ਸੰਘਣੀ ਵਸਤੂਆਂ ਵਾਲੇ ਅਤੇ ਆਰਥਿਕ ਗਤੀਵਿਧੀਆਂ ਨਾਲ ਭਰਪੂਰ ਹੁੰਦੇ ਹਨ। ਭੂਮੀ ਦਾ ਅਰਥ ਹੈ ਜ਼ਮੀਨ ਜਿਸ 'ਤੇ ਮਨੁੱਖ ਆਪਣੀਆਂ ਆਰਥਿਕ ਜਾਂ ਹੋਰ ਗਤੀਵਿਧੀਆਂ ਕਰਦਾ ਹੈ। ਮਨੁੱਖ ਬਹੁਤ ਲੰਬੇ ਸਮੇਂ ਤੋਂ ਭੂਮੀ ਸਾਧਨ ਦੀ ਵਰਤੋਂ ਕਰਦਾ ਆ ਰਿਹਾ ਹੈ। ਭੂਮੀ ਸਾਧਨ ਦੀ ਵਰਤੋਂ ਮਨੁੱਖ ਦੁਆਰਾ ਖੇਤੀਬਾੜੀ ਕਰਨ, ਉਦਯੋਗ ਲਗਾਉਣ, ਆਵਾਜਾਈ ਦੇ ਸਾਧਨ ਵਿਕਸਿਤ ਕਰਨ, ਖੇਡਾਂ ਖੇਡਣ, ਸੈਰ ਸਪਾਟਾ ਆਦਿ ਕੰਮਾਂ ਲਈ ਕੀਤੀ ਜਾਂਦੀ ਹੈ। ਭੂਮੀ ਦੀ ਵਰਤੋਂ ਉਸ ਦੇ ਤਰਾਂਤਲ, ਢਲਾਨ, ਮਿੱਟੀ ਦੀ ਕਿਸਮ, ਪਾਣੀ ਦਾ ਨਿਕਾਸ ਜਾਂ ਮਨੁੱਖ ਦੀਆਂ ਲੋੜਾਂ ਅਨੁਸਾਰ ਹੁੰਦੀ ਹੈ। ਨੰਬਰ 5, ਸਮੁੰਦਰੀ ਅਤੇ ਖਣਿਜ ਸਾਧਨ। ਪਾਣੀ ਮਨੁੱਖ ਵਾਸਤੇ ਮੁੱਢਲਾ ਅਤੇ ਬਹੁਤ ਮਹੱਤਵਪੂਰਨ ਸਾਧਨ ਹੈ। ਧਰਤੀ ਦਾ ਲਗਭਗ 71% ਹਿੱਸਾ ਪਾਣੀ ਹੈ। ਪਾਣੀ ਦੇ ਵੱਡੇ ਵੱਡੇ ਭੰਡਾਰਾਂ ਨੂੰ ਸਾਗਰਾਂ ਅਤੇ ਸਮੁੰਦਰਾਂ, ਯਾਨੀ ਕਿ ਸਾਗਰ ਮੀਨਸ ਓਸ਼ਨਸ ਐਂਡ ਸਮੁੰਦਰ ਮੀਨਸ ਸੀਜ਼ ਦਾ ਨਾਂ ਦਿੱਤਾ ਜਾਂਦਾ ਹੈ। ਇਹ ਸਮੁੰਦਰ ਬਹੁਤ ਵੱਡੀ ਮਾਤਰਾ ਵਿੱਚ ਜੈਵਿਕ, ਖਣਿਜ ਅਤੇ ਸ਼ਕਤੀ ਸਾਧਨ ਐਨਰਜਿਕ ਰਿਸੋਰਸਿਸ ਪ੍ਰਦਾਨ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਧਰਤੀ ਦੇ ਸਭ ਤੋਂ ਪਹਿਲਾਂ ਜੀਵਨ ਸਮੁੰਦਰਾਂ ਤੋਂ ਹੀ ਸ਼ੁਰੂ ਹੋਇਆ। ਧਰਤੀ ਦੇ 75% ਜੀਵ ਸਮੁੰਦਰ ਤੋਂ ਉਤਪੰਨ ਹੋਏ ਹਨ। ਸਮੁੰਦਰ ਸਾਨੂੰ ਬਹੁਤ ਵੱਡੀ ਮਾਤਰਾ ਵਿੱਚ ਮੱਛੀਆਂ, ਮੋਤੀ, ਘੋਗੇ, ਸੀਪੀਆਂ, ਹੀਰੇ ਜਵਾਹਰਾਤ ਆਦਿ ਦਿੰਦੇ ਹਨ। ਕਈ ਥਾਵਾਂ 'ਤੇ ਸਮੁੰਦਰੀ ਤੱਟਾਂ ਤੋਂ ਪੈਟਰੋਲੀਅਮ ਪਦਾਰਥ ਵੀ ਮਿਲਦੇ ਹਨ। ਮੱਛੀਆਂ ਸੰਸਾਰ ਦੀ ਬਹੁਤ ਵੱਡੀ ਜਨਸੰਖਿਆ ਨੂੰ ਖੁਰਾਕ ਦਿੰਦੀਆਂ ਹਨ। ਖਣਿਜ ਸਾਧਨ, ਮਿਨਰਲ ਰਿਸੋਰਸਿਸ, ਧਰਤੀ ਵਿੱਚੋਂ ਮਿਲਣ ਵਾਲੇ ਪਦਾਰਥ ਹਨ ਜਿਹੜੇ ਬੁਨਿਆਦੀ ਤੌਰ 'ਤੇ ਦੋ ਤਰ੍ਹਾਂ ਦੇ ਹਨ: ਧਾਤੂ ਖਣਿਜ ਪਦਾਰਥ ਅਤੇ ਅਧਾਤੂ ਨੌਨ ਮੈਟੈਲਿਕ
ਖਣਿਜ ਪਦਾਰਥ। ਧਾਤੂ ਖਣਿਜ ਪਦਾਰਥਾਂ ਵਿੱਚ ਲੋਹਾ, ਤਾਂਬਾ, ਚਾਂਦੀ, ਸੋਨਾ, ਐਲੂਮੀਨੀਅਮ ਆਦਿ ਸ਼ਾਮਲ ਹਨ। ਅਧਾਤੂ ਖਣਿਜ ਪਦਾਰਥਾਂ ਵਿੱਚ ਪੈਟਰੋਲੀਅਮ, ਕੋਲਾ, ਅਬਰਿਕ, ਮੈਗਨੀਜ਼ ਆਦਿ ਪ੍ਰਮੁੱਖ ਹਨ। ਖਣਿਜ ਸਾਧਨ ਅਲੱਗ-ਅਲੱਗ ਪ੍ਰਕਾਰ ਦੀਆਂ ਚਟਾਨਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ। ਚਟਾਨਾਂ ਤੋਂ ਪ੍ਰਾਪਤ ਖਣਿਜ ਪਦਾਰਥ ਸਿੱਧੇ ਤੌਰ 'ਤੇ ਵਰਤੋਂ ਵਿੱਚ ਨਹੀਂ ਲਿਆਂਦੇ ਜਾਂਦੇ, ਸਗੋਂ ਇਹਨਾਂ ਨੂੰ ਉਦਯੋਗਾਂ ਵਿੱਚ ਸਾਫ਼ ਕਰਕੇ ਵਰਤਿਆ ਜਾਂਦਾ ਹੈ। ਖਣਿਜ ਸਾਡੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਹਨ, ਇਸ ਲਈ ਇਸ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਵਿਦਿਆਰਥੀਓ, ਅਸੀਂ ਇਸ ਲੈਸਨ ਨੂੰ ਕੱਲ੍ਹ ਵੀ ਕੰਟੀਨਿਊ ਰੱਖਾਂਗੇ। ਇਸ ਵੀਡੀਓ ਨੂੰ ਤੁਸੀਂ 2 ਜਾਂ 3 ਵਾਰ ਦੇਖੋ ਔਰ ਧਿਆਨ ਨਾਲ ਸੁਣੋ, ਤਾਂ ਕਿ ਅਸੀਂ ਜਿਹੜਾ ਇਸ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਅਤੇ ਪਾਠ ਜਿਹੜਾ ਇਹਦੇ ਅਖੀਰ ਵਿੱਚ ਜਿਹੜੇ ਪ੍ਰਸ਼ਨ ਉੱਤਰ ਨੇ ਉਹਨਾਂ ਦੇ ਆਨਸਰ ਦੇ ਸਕੀਏ। ਜਿੰਨੇ ਮੈਂ ਸਮਝਦਾ ਕਿ ਇਹਨਾਂ ਨੂੰ ਤੁਸੀਂ ਆਪਣੀ ਨੋਟਬੁੱਕ ਦੇ ਉੱਤੇ ਜਿਹੜਾ ਪ੍ਰਸ਼ਨਾਂ ਨੂੰ ਨੋਟ ਕਰੋਗੇ, ਹੱਲ ਕਰੋਗੇ। ਜੇਕਰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ WhatsApp ਗਰੁੱਪ 'ਤੇ ਜਾਂ ਇਸ ਦੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਲਿਖ ਸਕਦੇ ਹੋ। ਧੰਨਵਾਦ। ਕੱਲ੍ਹ ਫਿਰ ਅੱਗੇ ਸ਼ੁਰੂ ਕਰਾਂਗੇ।